ਲਾਗੈ ਆਨ ਸੁਆਏ। ਨਾਨਕ ਕਹੋ ਨ ਸਿਜਈ ਬਿਨ ਨਾਵੈ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਉ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਨਾਨਕ ਪੂਰਾ ਪੂਰੇ ਕੇ ਗੁਣ ਗਾਓ। ਅਸਾੜ ਤਪੰਦਾ ਤਿਸ ਲੱਗੈ ਹਰ ਨਾਹੋ ਨ ਜਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਦੁਈਐ ਭਾਏ ਵਿਗੁਚੀਐ ਗਲ ਪਈ ਸਜਮ ਕੀ ਫਾਸ। ਜਿਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸ। ਰੈਣ ਵਿਹਾਣੀ ਪਛਤਾਣੀ ਉੱਡ ਚਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਆਸਾੜ ਸੋਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰੂ ਜੀਆਂ ਨੇ ਕਿਰਪਾ ਕਰਕੇ ਸਤ ਸੰਗਤ ਦੇ ਜਿੱਥੇ ਸਾਨੂੰ ਇਹ ਸੁਭਾਗ ਸਮੇਂ ਬਖਸ਼ਿਸ਼ ਕੀਤੇ, ਉਥੇ ਨਾਲ ਅੱਜ ਹਾੜ ਮਹੀਨੇ ਦੀ ਸੰਗਰਾਂਦ ਦਾ ਜੋ ਦਿਹਾੜਾ ਹੈ ਉਹ ਸਾਨੂੰ ਪ੍ਰਾਪਤ ਹੋਇਆ ਹੈ। ਆਪ ਸੰਗਤਾਂ ਗੁਰੂ ਕੀ ਬਾਣੀ ਸਰਵਣ ਕਰਦਿਆਂ ਹੋਇਆਂ ਗੁਰਬਾਣੀ ਦੇ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤੇ। ਇਸ ਵੇਲੇ ਕੁਝ ਮਿੰਟਾਂ ਵਾਸਤੇ ਆਪਾਂ ਗੁਰਬਾਣੀ ਦੀ ਕਥਾ ਜੋ ਸਤਿਗੁਰਾਂ ਨੇ 12 ਮਾਹ ਮਹੀਨਾ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਸਰਵਣ ਕਰਾਂਗੇ। ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੀ ਜੋ ਅੰਮ੍ਰਿਤ ਬਾਣੀ ਹੈ ਇਸ ਨੂੰ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਅਸਾੜ ਤਪੰਦਾ ਤਿਸ ਲੱਗੈ ਹਰ ਨਾਹੋ ਨ ਜਨਾ ਪਾਸ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਸ ਬਾਣੀ ਨੂੰ ਰਚਨਹਾਰ ਨੇ। ਕੁਝ ਵਿਦਵਾਨਾਂ ਨੇ ਇਸ ਤਰ੍ਹਾਂ ਉਥਾਨਕਾ ਲਿਖੀ ਹੈ ਕਿ ਸਤਿਗੁਰਾਂ ਦੇ ਦਰਬਾਰ ਵਿੱਚ ਬੇਅੰਤ ਸੰਗਤ ਆ ਕੇ ਬੈਠਦੀ ਹੈ। ਗੁਰਬਾਣੀ ਦੇ ਕੀਰਤਨ ਹੁੰਦੇ, ਗੁਰਬਾਣੀ ਦੇ ਪਾਠ ਸੰਗਤਾਂ ਬੈਠ ਕੇ ਸਰਵਣ ਕਰਦੀਆਂ। ਇੱਕ ਵਿਦਵਾਨ ਮਹਾਰਾਜ ਜੀਆਂ ਦੇ ਕੋਲ ਆਇਆ ਚੱਲ ਕੇ, ਕਹਿਣ ਲੱਗਾ ਪਾਤਸ਼ਾਹ ਜੀ ਮੈਂ ਗ੍ਰੰਥ ਤੇ ਬਹੁਤੇ ਪੜ੍ਹਿਆ ਹੋਇਆ ਹਾਂ, ਵਿਦਿਆ ਤੇ ਬੜੀ ਕਮਾਈ ਹੈ, ਪਰ ਮੇਰੇ ਕੋਲੋਂ ਕੋਈ ਸੁਣਨ ਵਾਸਤੇ ਤਿਆਰ ਨਹੀਂ ਹੈ। ਜਿੱਥੇ ਕਿਤੇ ਮੈਂ ਵਿਖਿਆਨ ਕਰਦਾ ਹਾਂ ਲੋਕ ਮੈਨੂੰ ਸੁਣਨਾ ਨਹੀਂ ਚਾਹੁੰਦੇ। ਮੇਰੀ ਆਵਾਜ਼ ਦੇ ਵਿੱਚ ਰਸ ਨਹੀਂ ਹੈ, ਮੇਰੀ ਆਵਾਜ਼ ਦੇ ਵਿੱਚ ਖਿੱਚ ਨਹੀਂ ਹੈ। ਤੁਹਾਡੀ ਸੰਗਤ ਤੁਹਾਡੇ ਕਰਕੇ ਬੈਠੀ ਰਹਿੰਦੀ ਹੈ। ਜੇ ਮੈਂ ਥੋੜ੍ਹੇ ਮਿੰਟਾਂ ਵਾਸਤੇ ਕੋਈ ਵਿਚਾਰ ਆਪਣੀ ਸੰਗਤ ਨੂੰ ਸੁਣਾ ਦਿਆ ਕਰਾਂ ਤੇ ਮੇਰਾ ਇਹਦੇ ਨਾਲ ਲੰਗਰ ਪ੍ਰਸ਼ਾਦਾ ਜੋ ਹੈ ਚੱਲਦਾ ਰਹੇਗਾ, ਮੇਰਾ ਗੁਜ਼ਾਰਾ ਹੋ ਜਾਏਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਸ਼ਰਨ ਆਇਆ ਜਾਣ ਕੇ ਮਹਾਰਾਜ ਜੀ ਨੇ ਆਗਿਆ ਦਿੱਤੀ। ਕਹਿਣ ਲੱਗੇ ਠੀਕ ਹੈ ਭਾਈ, ਗੁਰੂ ਸ਼ਬਦ ਦੀ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਇਆ ਕਰ। ਨੇਮ ਦੇ ਨਾਲ ਆਉਂਦਾ ਹੈ ਗੁਰਬਾਣੀ ਦੀ ਵਿਚਾਰ, ਗ੍ਰੰਥਾਂ ਦੀ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਉਂਦਾ। ਸੰਗਤਾਂ ਵੱਲੋਂ ਮਾਣ ਸਨਮਾਨ ਕੀਤਾ ਜਾਂਦਾ ਹੈ। ਥੋੜ੍ਹੇ ਸਮੇਂ ਵਿੱਚ ਚੰਗਾ ਗੁਜ਼ਾਰਾ ਵੀ ਚੱਲਣ ਲੱਗ ਪਿਆ। ਕੁਝ ਨਾਲ ਦੇ ਜਿਹੜੇ ਵਿਦਵਾਨ ਸਨ ਉਹਨਾਂ ਦੇ ਮਨ ਵਿੱਚ ਵੀ ਈਰਖਾ ਆਈ ਹੈ ਵੀ ਇਹ ਗੁਰੂ ਦੇ ਲੜ ਲੱਗ ਕੇ ਸੋ ਇਹ ਗੁਰਬਾਣੀ ਦੀ ਵਿਚਾਰ ਸੁਣਾਉਂਦਾ ਹੈ, ਇਹਦਾ ਗੁਜ਼ਾਰਾ ਹੋ ਰਿਹਾ। ਉਹਨਾਂ ਨੇ ਵੀ ਕੁਝ ਈਰਖਾ ਦੇ ਵੱਸ ਹੋ ਕੇ ਇਸ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ। ਤੂੰ ਇੰਨੇ ਗ੍ਰੰਥ ਪੜ੍ਹਿਆ ਹੈ, ਇੰਨੀ ਵਿਦਿਆ ਪੜ੍ਹਿਆ ਹੈ, ਗਿਆਨ ਦੀਆਂ ਗੱਲਾਂ ਤੂੰ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਸੁਣਾਉਂਦਾ ਹੈ, ਸੰਗਤਾਂ ਤੈਨੂੰ ਕਿਉਂ ਨਹੀਂ ਮੱਥਾ ਟੇਕਦੀਆਂ? ਸੰਗਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਿਉਂ ਮੱਥਾ ਟੇਕਦੀਆਂ?
ਮੱਥਾ ਵੀ ਤੈਨੂੰ ਟੇਕਣਾ ਚਾਹੀਦਾ ਹੈ। ਸੋ ਇਹ ਬਚਨ ਜਿਹੜਾ ਹੈ ਇਹਦੇ ਮਨ ਵਿੱਚ ਘਰ ਕਰ ਗਿਆ ਵੀ ਵਾਕਿਆ ਗੱਲ ਤੇ ਠੀਕ ਹੈ, ਮੈਂ ਵਿਦਵਾਨ ਹਾਂ, ਗ੍ਰੰਥਾਂ ਨੂੰ ਪੜ੍ਹ ਕੇ ਸੁਣਾਉਂਦਾ ਹਾਂ, ਸੰਗਤਾਂ ਮੈਨੂੰ ਉਹਨਾਂ ਸਤਿਕਾਰ ਨਹੀਂ ਦਿੰਦੀਆਂ ਜਿੰਨਾ ਗੁਰੂ ਸਾਹਿਬ ਜੀ ਨੂੰ ਪ੍ਰਾਪਤ ਹੈ। ਇਸ ਨੇ ਗੁਰੂ ਦਰਬਾਰ ਵਿੱਚ ਆਉਣਾ ਬੰਦ ਕਰ ਦਿੱਤਾ। ਸਤਿਗੁਰਾਂ ਨੇ ਉਸ ਵੇਲੇ ਸਿੱਖਾਂ ਨੂੰ ਭੇਜ ਕੇ ਕਹਿਣ ਲੱਗੇ, ਜਾਓ ਪੁੱਛ ਕੇ ਆਓ ਕੀ ਕਾਰਨ ਹੈ। ਜਦੋਂ ਕੁਝ ਸਿੱਖ ਪੁੱਛਣ ਵਾਸਤੇ ਗਏ ਤੇ ਇਹਨੇ ਆਪਣੇ ਮਨ ਦੀ ਭੜਾਸ, ਆਪਣੇ ਮਨ ਦਾ ਗੁੱਸਾ ਕੱਢਿਆ। ਕਹਿਣ ਲੱਗਾ, ਵੇਖੋ ਜੀ, ਗ੍ਰੰਥ ਮੈਂ ਸੁਣਾਉਂਦਾ, ਗੁਰਬਾਣੀ ਮੈਂ ਸੁਣਾਉਂਦਾ, ਵਿਚਾਰ ਮੈਂ ਸੁਣਾਉਂਦਾ, ਗਿਆਨ ਦੀਆਂ ਗੱਲਾਂ ਮੈਂ ਕਰਦਾ ਹਾਂ, ਲੋਕ ਮੈਨੂੰ ਮੱਥਾ ਨਹੀਂ ਟੇਕਦੇ। ਮੱਥਾ ਗੁਰੂ ਅਰਜਨ ਸਾਹਿਬ ਜੀ ਨੂੰ ਟੇਕਿਆ ਜਾ ਰਿਹਾ, ਮੈਨੂੰ ਵੀ ਮੱਥਾ ਟੇਕਣਾ ਚਾਹੀਦਾ ਹੈ। ਜਦੋਂ ਗੁਰੂ ਕਿਹਾ ਸਿੱਖਾਂ ਨੇ ਬਚਨ ਸੁਣਿਆ, ਉਹਨਾਂ ਨੂੰ ਇਹਦੇ ਵਿੱਚੋਂ ਹੰਕਾਰ ਦੀ ਬੂ ਆਈ ਹੈ ਵੀ ਹੰਕਾਰ ਹੋ ਗਿਆ ਇਸ ਦੇ ਮਨ ਵਿੱਚ, ਇਹ ਗੁਰੂ ਬਣਨਾ ਚਾਹੁੰਦਾ ਹੈ। ਸਤਿਗੁਰਾਂ ਜੀ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਕਿਰਪਾ ਕਰੋ, ਤੁਸੀਂ ਬਾਣੀ ਇਹੋ ਜਿਹੀ ਰਚੋ ਜਿਹੜੇ ਸਿੱਖ ਆਪਣੇ ਘਰ ਬੈਠਿਆਂ ਬਾਣੀ ਨੂੰ ਪੜ੍ਹਿਆ ਕਰਨ, ਆਨੰਦ ਲਿਆ ਕਰਨ, ਕਿਸੇ ਕੋਲ ਜਾਣਾ ਹੀ ਨਾ ਪਵੇ, ਪੁੱਛਣਾ ਹੀ ਨਾ ਪਵੇ, ਮਹੀਨੇ ਦਾ ਮਹਾਤਮ ਜਾਣਨ ਬਾਰੇ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਆਪਣੇ ਸਿੱਖਾਂ ਦੀ ਇਹ ਬੇਨਤੀ ਸੁਣ ਕੇ ਕਹਿਣ ਲੱਗੇ, ਠੀਕ ਬਚਨ ਹੈ ਭਾਈ, ਸੰਗਤ ਜੋ ਕਹਿ ਰਹੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਮਹਾਰਾਜ ਜੀਆਂ ਨੇ ਬਾਣੀ ਉਚਾਰੀ ਹੈ। ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਸ਼ਬਦ ਜਿਹੜਾ ਅਸੀਂ ਸਰਵਨ ਕਰ ਰਹੇ ਹਾਂ ਇਹ ਕਿੱਥੇ ਉਚਾਰਿਆ ਹੈ, ਕਿਸ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਦੀ ਬਾਣੀ ਹੈ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮਹਾਰਾਜ ਜੀਆਂ ਨੇ ਬਾਣੀ ਬਖਸ਼ਿਸ਼ ਕੀਤੀ ਹੈ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਜਿੱਥੋਂ ਆਪਾਂ ਹਰ ਰੋਜ਼ ਅੰਮ੍ਰਿਤ ਵੇਲੇ ਕਥਾ ਲਾਈਵ ਟੈਲੀਵਿਜ਼ਨ 'ਤੇ ਸੁਣਦੇ ਹਾਂ, ਉਸ ਦੇ ਬਾਰ-ਬਾਰ ਇੱਕ ਸੰਗਮਰਮਰ ਦੀ ਪਾਲਕੀ ਬੜੀ ਸੁੰਦਰ ਬਣੀ ਹੋਈ ਹੈ। ਮਹਾਰਾਜ ਇੱਥੇ ਬੈਠੇ ਅਤੇ ਇਸ 12 ਮਾਹ ਬਾਣੀ ਨੂੰ ਮਹਾਰਾਜ ਨੇ ਰਚਿਆ ਹੈ। 12 ਗਿਣਤੀ ਹੈ, ਮਾਹ ਨਾਮ ਮਹੀਨੇ ਦਾ ਹੈ। 12 ਮਹੀਨਿਆਂ ਦੀ ਇਹ ਬਾਣੀ ਗੁਰੂ ਪਾਤਸ਼ਾਹ ਜੀਆਂ ਨੇ ਮਾਝ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਅੱਜ ਹਾੜ ਦਾ ਮਹੀਨਾ ਪ੍ਰਾਪਤ ਹੋ ਰਿਹਾ ਹੈ ਅਤੇ ਮਹਾਰਾਜ ਫਰਮਾਉਂਦੇ ਹਨ, ਅਸਾੜ ਤਪੰਦਾ ਤਿਸ ਲੱਗੈ ਹਰ ਨਾਹੁ ਨ ਜਿਨ੍ਹਾਂ ਪਾਸ। ਸਤਿਗੁਰੂ ਕਹਿਣ ਲੱਗੇ, ਇਹ ਹਾੜ ਦਾ ਮਹੀਨਾ ਉਹਨਾਂ ਜੀਵ ਇਸਤਰੀਆਂ ਨੂੰ ਤਪਾਉਂਦਾ ਹੈ ਜਿਨ੍ਹਾਂ ਦੇ ਕੋਲ ਨਾਹੁ ਕਹੀਏ ਪਤੀ ਪਰਮਾਤਮਾ ਨਹੀਂ ਹੈ, ਜਿਨ੍ਹਾਂ ਨੂੰ ਉਸ ਪਤੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ ਹੈ। ਜਿਵੇਂ ਹਾੜ ਦੇ ਮਹੀਨੇ ਵਿੱਚ ਧੁੱਪ ਗਰਮੀ ਸੇਕ ਦਿੰਦੀ ਹੈ, ਤਪਾਉਂਦੀ ਹੈ, ਇਸ ਤਰ੍ਹਾਂ ਉਹਨਾਂ ਲੋਕਾਂ ਨੂੰ ਕਹਿਣ ਲੱਗੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ, ਇਹ ਵਿਕਾਰ ਉਹਨਾਂ ਨੂੰ ਤਪਾਉਂਦੇ ਨੇ ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਨਾਮ ਨਹੀਂ ਹੈ। ਜਿਹੜੇ ਨਾਮ ਤੋਂ ਖਾਲੀ ਨੇ ਉਹ ਇਸ ਤਰ੍ਹਾਂ ਤਪਦੇ ਹਨ। ਮਹਾਰਾਜ ਫਿਰ ਫਰਮਾਉਂਦੇ, ਇਸੇ ਪੰਕਤੀ ਨੂੰ ਬਖਸ਼ਿਸ਼ ਕਰਦੇ ਹਨ, ਅਸਾੜ ਤਪੰਦਾ ਤਿਸ ਲੱਗੈ ਹਰ ਨਾਹੁ ਨ ਜਿਨ੍ਹਾਂ ਪਾਸ। ਅਸਾੜ ਤੋਂ ਭਾਵ ਹੈ ਗੁਰਮੁਖੋ, ਇਹ ਜੋ ਮਨੁੱਖ ਦਾ ਜੀਵਨ ਹੈ, ਅਸਾੜ ਕਹੀਏ ਆਸਾ ਦਾ ਭਰਿਆ ਹੋਇਆ, ਆਸਾ ਰੂਪੀ ਹੜ੍ਹ ਆਇਆ ਹੋਇਆ ਹੈ। ਆਸਾ ਕਦੇ ਮੁੱਕਦੀ ਨਹੀਂ ਹੈ, ਤ੍ਰਿਸ਼ਨਾ ਕਦੇ ਬੁਝਦੀ ਨਹੀਂ ਹੈ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਕੋਟ ਜੋੜੇ ਲਾਖ ਕਰੋੜੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਝੀ ਹੈ। ਗੁਰਬਾਣੀ ਦਾ ਬਚਨ ਹੈ, ਇਹ ਤ੍ਰਿਸ਼ਨਾ, ਇਹ ਆਸਾ ਬੁਝਦੀ ਨਹੀਂ ਹੈ। ਅੱਜ ਮੈਂ ਇਹ ਕੀਤਾ ਹੈ, ਕੱਲ੍ਹ ਮੈਂ ਇਹ ਕਰਾਂਗਾ, ਅਗਲੇ ਸਾਲ ਮੈਂ ਇਹ ਕਰਾਂਗਾ, ਮੈਨੂੰ ਇਹਦੇ ਵਿੱਚੋਂ ਇੰਨਾ ਮੁਨਾਫਾ ਹੋਵੇਗਾ, ਇਹ ਆਸਾ ਰੱਖ ਕੇ ਮਨੁੱਖ ਬੈਠਾ ਹੋਇਆ। ਤਾਂ ਹੀ ਮਹਾਰਾਜ ਜੀਆਂ ਨੇ ਆਖਿਆ ਨਾ, ਕਾਲ ਕਰੰਤਾ ਅਬਹਿ ਕਰ, ਅਬਹਿ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ। ਕਾਲ ਭਾਈ ਪਿਆਰਿਆ, ਦੁਨੀਆ ਦੇ ਪਦਾਰਥਾਂ ਦੀ ਆਸਾ ਰੱਖੀ ਬੈਠਾ ਹੈ, ਅੱਜ ਆ ਤੇ ਕੱਲ੍ਹ ਆ ਮਿਲੇਗਾ। ਇਸੇ ਤਰ੍ਹਾਂ ਧਰਮ ਕਰਮ ਦਾ ਜੇ ਕੰਮ ਕਰਨਾ ਚਾਹੁੰਦਾ ਤਾਂ ਉਹ ਵੀ ਆਸਾ ਰੱਖੀ ਹੈ ਵੀ ਮੈਂ ਇਹ ਕੰਮ ਕੱਲ੍ਹ ਨੂੰ ਕਰਾਂਗਾ, ਮੈਂ ਕੱਲ੍ਹ ਨੂੰ ਨਾਮ ਜਪਾਂਗਾ, ਅਗਲੇ ਮਹੀਨੇ ਗੁਰੂ ਵਾਲਾ ਬਣਾਂਗਾ। ਪਾਤਸ਼ਾਹ ਕਹਿਣ ਲੱਗੇ, ਨਹੀਂ ਭਾਈ, ਕਾਲ ਕਰੰਤਾ ਅਬਹਿ ਕਰ, ਜਿਹੜਾ ਬਾਅਦ ਵਿੱਚ ਕਰਨਾ ਹੁਣੇ ਕਰ। ਅਬਹਿ ਕਰਤਾ ਸੋਇ ਤਾਲ, ਜਿਹੜਾ ਕਰਨਾ ਚਾਹੁੰਦਾ ਹੈ ਛੇਤੀ ਨਾਲ ਉਸ ਨੂੰ ਕਰ ਦੇ, ਕਿਉਂਕਿ ਕਾਲ ਦਾ ਪਤਾ ਨਹੀਂ ਕਦੋਂ ਆ ਜਾਣਾ ਹੈ। ਮਹਾਰਾਜ ਕਹਿਣ ਲੱਗੇ, ਅਸਾੜ, ਅਸਾੜ ਤੋਂ ਭਾਵ ਹੈ ਆਸਾ ਦਾ ਆਇਆ ਹੋਇਆ ਹੜ੍ਹ। ਮਨੁੱਖ ਦੇ ਜੀਵਨ ਅੰਦਰ ਆਸਾ ਦੀ ਪੂਰਤੀ ਵਾਸਤੇ ਦਿਨੇ ਰਾਤ ਇਹ ਬੰਦਾ ਦੌੜਿਆ ਫਿਰਦਾ ਹੈ, ਨਾ ਆਸਾ ਪੂਰੀਆਂ ਹੁੰਦੀਆਂ, ਬੰਦਾ ਸੰਸਾਰ ਤੋਂ ਪੂਰਾ ਹੋ ਜਾਂਦਾ ਹੈ। ਪਾਤਸ਼ਾਹ ਕਹਿਣ ਲੱਗੇ, ਦੁਨੀਆ ਦੀਆਂ ਆਸਾ ਬੰਦੇ ਨੂੰ ਤਪਾਉਂਦੀਆਂ ਰਹਿੰਦੀਆਂ ਹਰ ਵੇਲੇ, ਦੂਜੇ ਦੇ ਵੱਲ ਵੇਖ ਕੇ ਹਰ ਵੇਲੇ
ਮੈਂ ਵੀ ਇਸ ਤਰ੍ਹਾਂ ਦਾ ਬਣ ਜਾਵਾਂ, ਮੇਰੇ ਕੋਲ ਵੀ ਇੰਨਾ ਧਨ ਪਦਾਰਥ ਆ ਜਾਵੇ। ਇਸ ਤਰ੍ਹਾਂ ਵੇਖ ਵੇਖ ਕੇ ਤਪਦਾ ਹੈ। ਤੇ ਪਾਤਸ਼ਾਹ ਕਹਿਣ ਲੱਗੇ, ਆਸਾੜ ਤਪੰਦਾ ਤਿਸ ਲੱਗੈ, ਸੋ ਹਰ ਨਾਹ ਨਾ ਜਿਨ੍ਹਾਂ ਪਾਸ। ਜਿਨ੍ਹਾਂ ਦੇ ਕੋਲ ਨਾਮ ਨਹੀਂ ਹੈ ਨਾ ਭਾਈ, ਉਹਨਾਂ ਦੀਆਂ ਆਸਾਂ ਕਦੇ ਮੁੱਕਦੀਆਂ ਹੀ ਨਹੀਂ, ਸੰਤੋਖ ਕਦੇ ਆਉਂਦਾ ਹੀ ਨਹੀਂ ਹੈ। ਗੁਰਬਾਣੀ ਦਾ ਮਹਾਵਾਕ ਮਹਾਰਾਜ ਜੀ ਬਚਨ ਬਖਸ਼ਿਸ਼ ਕਰਦੇ ਸੁਣਿਆ, ਸਤ ਸੰਤੋਖ ਗਿਆਨ। ਜੇ ਨਾਮ ਜਪਿਆ ਹੋਵੇਗਾ, ਨਾਮ ਸੁਣਿਆ ਹੋਵੇਗਾ, ਫਿਰ ਸੰਤੋਖ ਆਉਣਾ ਹੈ। ਜੇ ਨਾਮ ਜਪਦਾ ਨਹੀਂ ਤੇ ਸੰਤੋਖ ਨਹੀਂ। ਆਸਾ ਦੇ ਹਾੜੀ ਹਰ ਵੇਲੇ ਆਉਂਦੇ ਰਹਿੰਦੇ, ਆਸਾ ਦੇ ਵਿੱਚ ਹੀ ਬੱਧਾ ਹੋਇਆ ਇਸ ਸੰਸਾਰ ਵਿੱਚ ਰਹਿੰਦਾ ਹੈ। ਜਗ ਜੀਵਨ ਪੁਰਖ ਤਿਆਗ ਕੈ, ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਪਰਮਾਤਮਾ ਹੈ, ਕਿਸੇ ਨੂੰ ਸਵਾਸਾਂ ਦਾ ਜੀਵਨ ਦਿੰਦਾ ਪਿਆ, ਰੋਜੀ ਰੋਟੀ ਦਾ ਜੀਵਨ ਦਿੰਦਾ ਪਿਆ। ਪਰਮਾਤਮਾ ਸਾਨੂੰ ਤੰਦਰੁਸਤੀ ਦਾ ਜੀਵਨ ਬਖਸ਼ਿਸ਼ ਕਰਦਾ ਹੈ। ਪ੍ਰਭ ਡੋਰੀ ਹਾਥ ਤੁਮਾਰੇ, ਗੁਰਬਾਣੀ ਦਾ ਬਚਨ ਆਪਾਂ ਪੜ੍ਹਦੇ ਹਾਂ। ਰੋਜੀ ਰੋਟੀ ਦੀ ਡੋਰ ਵੀ ਉਸ ਦੇ ਹੱਥ ਹੈ, ਸਵਾਸਾਂ ਦੀ ਡੋਰ ਜਿਸ ਦੇ ਹੱਥ ਹੈ। ਉਸ ਜਗਤ ਨੂੰ ਜੀਵਨ ਵਾਲ ਦੇਣ ਵਾਲਾ ਜੋ ਪਰਮਾਤਮਾ ਹੈ, ਉਹ ਪੁਰਖ ਰੂਪ ਹੈ, ਉਸ ਨੂੰ ਤਿਆਗਿਆ ਹੋਇਆ ਛੱਡਿਆ ਹੋਇਆ ਹੈ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਇਹ ਸੰਸਾਰ ਦੇ ਜਿਹੜੇ ਲੋਕ ਨੇ, ਬੰਦਿਆਂ ਦੇ ਨਾਲ ਆਸਾ ਲਾ ਕੇ ਬੈਠੇ ਹੋਏ, ਇਹ ਫਲਾਣਾ ਵਿਅਕਤੀ ਮੇਰਾ ਰਿਸ਼ਤੇਦਾਰ ਮੇਰਾ ਇਹ ਕਾਰਜ ਕਰ ਦੇਵੇਗਾ, ਫਲਾਣਾ ਵਿਅਕਤੀ ਜਿਹੜਾ ਹੈ ਉਹਦੇ ਕੋਲੋਂ ਮੈਂ ਇਹ ਮਤਲਬ ਲੈ ਲਵਾਂਗਾ। ਇਹ ਮਾਨਸ ਸੰਧੀ ਆਸ, ਮਨੁੱਖਾਂ ਦੀ ਆਸ ਲਾ ਕੇ ਬੈਠਾ ਹੋਇਆ ਕਿ ਇਹ ਸੰਸਾਰ ਦੇ ਮਨੁੱਖ ਮੇਰਾ ਇਸ ਤਰ੍ਹਾਂ ਮਤਲਬ ਪੂਰਾ ਕਰ ਦੇਣਗੇ। ਪਾਤਸ਼ਾਹ ਕਹਿਣ ਲੱਗੇ, ਮਾਨੋ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਐ ਰਹਿ ਅਗਾਏ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹ ਮਹਾਰਾਜ ਸਾਹਿਬ ਜੀਆਂ ਦੇ ਬਚਨ ਨੇ ਗੁਰਬਾਣੀ ਦੇ ਅੰਦਰ ਕਿ ਇਹ ਜਿਹੜਾ ਮਨੁੱਖ ਹੈ, ਇਹਦੀ ਹਾਲਤ ਐਸੀ ਹੈ ਕਿ ਇਹ ਦੁਨੀਆ ਦੇ ਕੋਲੋਂ ਮੰਗਦਾ ਰਹਿੰਦਾ ਹੈ, ਹਰ ਵੇਲੇ ਦੁਨੀਆ ਦੇ ਉੱਪਰ ਆਸ ਲਾ ਕੇ ਬੈਠਾ ਹੋਇਆ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਤਿਗੁਰ ਸਾਹਿਬ ਛੱਡ ਕੇ, ਗੁਰੂ ਸਾਹਿਬ ਹੈ, ਮਾਲਕ ਹੈ, ਵੱਡਾ ਦਾਤਾ, ਤਿਲ ਨਾ ਤਮਾਏ, ਜੇਵੜ ਆਪ ਤੇਵੜ ਤੇਰੀ ਦਾਤ। ਜੋ ਵੱਡੀਆਂ ਦਾਤਾਂ ਦਾ ਮਾਲਕ ਹੈ ਨਾ ਗੁਰੂ ਪਰਮੇਸ਼ਰ, ਸਤਿਗੁਰ ਸਾਹਿਬ ਛੱਡ ਕੇ, ਐਸੇ ਗੁਰੂ ਸਾਹਿਬ ਨੂੰ, ਮਾਲਕ ਨੂੰ ਛੱਡ ਦਿੱਤਾ ਆਪਣੇ ਜੀਵਨ ਦੇ ਵਿੱਚ। ਤੇ ਕੀ ਕਰਦਾ ਪਿਆ? ਮਨਮੁਖ ਹੋਏ, ਬੰਦੇ ਦਾ ਬੰਦਾ। ਇਹ ਮਨਮੁਖ ਅੱਗੇ ਬੰਦਿਆਂ ਦੀ ਆਸ ਰੱਖ ਕੇ ਬੈਠਾ ਹੈ ਕਿ ਫਲਾਣੇ ਬੰਦੇ ਕੋਲੋਂ ਮਤਲਬ ਲੈ ਲਵਾਂਗਾ। ਹੁਕਮੀ ਬੰਦਾ ਹੋਏ ਕੈ, ਫਿਰ ਹੁਕਮ ਦੇ ਵਿੱਚ ਚੱਲਦਾ ਹਰ ਵੇਲੇ ਵੀ ਮੈਂ ਹੁਕਮ ਦੇ ਵਿੱਚ ਰਵਾਂਗਾ, ਕਹਿਣੇ ਵਿੱਚ ਰਵਾਂਗਾ ਤੇ ਕੁਝ ਨਾ ਕੁਝ ਮੈਨੂੰ ਜ਼ਰੂਰ ਮਿਲੇਗਾ। ਹਰ ਵੇਲੇ ਹੁਕਮ ਦੇ ਵਿੱਚ ਬੱਧਾ ਹੋਇਆ ਹੈ। ਨਿਤ ਉੱਠ ਜਾਏ ਸਲਾਮ ਕਰਨ ਦਾ। ਜਿਹੜਾ ਬੰਦਾ ਆਪਣੇ ਪ੍ਰਯੋਜਨ ਦੇ ਮਤਲਬ ਵਾਸਤੇ ਬੈਠਾ ਹੈ ਨਾ, ਉਹ ਜਦੋਂ ਮਾਲਕ ਨੂੰ ਵੇਖਦਾ ਉਦੋਂ ਹੀ ਸਲੂਟ ਮਾਰਦਾ, ਉਦੋਂ ਹੀ ਨਮਸਤੇ ਕਰਦਾ, ਉਦੋਂ ਹੀ ਸਿਰ ਝੁਕਾਉਂਦਾ ਹੈ। ਹਰ ਵੇਲੇ ਗੋਡੀ ਪੈਰੀ ਹੱਥ ਉਹਨੇ ਲਾਈ ਜਾਣਾ ਹੈ ਵੀ ਇੱਥੋਂ ਮੈਨੂੰ ਕੁਝ ਨਾ ਕੁਝ ਮਿਲਣਾ ਹੈ। ਨਿਸ਼ਾਨੀ ਕੀ ਹੈ? ਕਿਉਂਕਿ ਮਨਮੁਖ ਹੈ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ, ਬੰਦੇ ਦਾ ਬੰਦਾ ਮਨਮੁਖ ਹੈ ਨਾ, ਗੋਡੀ ਪੈਰੀ ਹੱਥ ਲਾ ਕੇ ਜੋ ਮਰਜ਼ੀ ਕਰਨਾ ਪਵੇ ਕਰਕੇ ਆਪਣਾ ਗੁਜ਼ਾਰਾ ਕਰ ਲਵੋ। ਇਹ ਹਾਲਤ ਹੈ। 8 ਪੈਰ ਹੱਥ ਜੋੜ ਕੇ ਜਦੋਂ ਉਹਨੂੰ ਮਿਲੋਗੇ ਨਾ ਮਤਬਲੀ ਬੰਦੇ ਨੂੰ, ਉਹ ਤੁਹਾਨੂੰ ਵੇਖ ਕੇ ਉਹਨੇ ਪਹਿਲਾਂ ਹੀ ਹੱਥ ਜੋੜ ਲੈਣੇ, ਆਓ ਦੇਵਤਾ ਦੀ, ਆਓ ਸਤਿਕਾਰਯੋਗ ਜੀ। ਬੜੇ ਉੱਪਰਲੇ ਬਚਨਾਂ ਦੇ ਨਾਲ ਬੜੀ ਵਡਿਆਈ ਦੇਵੇਗਾ, ਕਿਉਂਕਿ ਉਹਨੂੰ ਤੁਹਾਡੇ ਨਾਲ ਪ੍ਰਯੋਜਨ ਹੈ। ਜਿੰਨਾ ਚਿਰ ਤੁਹਾਡੇ ਨਾਲ ਮਤਲਬ ਹੈ, ਉਹਨਾਂ ਚਿਰ ਤੁਹਾਨੂੰ ਉਸਨੇ ਫੂਕ ਛਕਾ ਕੇ ਰੱਬ ਹੀ ਬਣਾ ਦੇਣਾ ਵੀ ਤੇਰੇ ਵਰਗਾ ਹੈ ਕੋਈ ਨਹੀਂ, ਤੂੰ ਹੀ ਦੁਨੀਆ ਵਿੱਚ ਆਇਆ ਹੈ। ਕਹਿਣ ਲੱਗੇ 8 ਪੈਰ ਹੱਥ ਜੋੜ ਕੇ ਹੋਏ ਹਜ਼ੂਰੀ ਖੜਾ ਰਹੰਦਾ। ਜੇ ਮਾਲਕ ਬੈਠਾ ਹੈ ਨਾ, ਉਹਨੇ ਹੱਥ ਜੋੜ ਕੇ ਖਲੋਤੇ ਰਹਿਣਾ ਵੀ ਵੇਖੋ ਮੈਂ ਕਿੰਨਾ ਆਗਿਆਕਾਰੀ ਹਾਂ, ਕਿੰਨਾ ਹੁਕਮ ਦੇ ਵਿੱਚ ਹਾਂ, ਕਿੰਨਾ ਸਤਿਕਾਰ ਕਰਦਾ ਪਿਆ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਨੀਂਦ ਨਾ ਭੁੱਖ ਨਾ ਸੁੱਖ ਤਿਸ, ਨਾ ਉਹ ਚੰਗੀ ਤਰ੍ਹਾਂ ਸੌਂ ਸਕਦਾ, ਨਾ ਉਹ ਪ੍ਰਸ਼ਾਦਾ ਛਕ ਸਕਦਾ, ਨਾ ਉਸ ਨੂੰ ਸੁੱਖ ਹੈ। ਨੀਂਦ ਆਉਂਦੀ ਹੈ ਤਾਂ ਵੀ ਮਾਲਕ ਦਾ ਹੁਕਮ ਵਜਾਉਣਾ ਪੈਣਾ, ਜੇ ਭੁੱਖ ਲੱਗੀ ਹੈ ਤੇ ਭੁੱਖ ਰੋ ਕੇ ਮਾਲਕ ਦਾ ਕੰਮ ਕਰਨਾ ਹੀ ਪੈਣਾ ਹੈ। ਇਹ ਸਾਰੀਆਂ ਮੁਸੀਬਤਾਂ ਆਪਣੇ ਸਿਰ 'ਤੇ ਸਹਿੰਦਾ ਪਿਆ ਹੈ। ਸੂਲੀ ਚੜ੍ਹਿਆ ਰਹੇ ਡਰੰਦਾ, ਹਰ ਵੇਲੇ ਸੂਲੀ ਚੜ੍ਹੇ ਰਹਿਣਾ, ਹਰ ਵੇਲੇ ਬਿਪਤਾ ਵਿੱਚ ਫਸੇ ਰਹਿਣਾ। ਅੱਜ ਮੈਂ 10 ਕੰਮ ਕਰ ਦਿੱਤੇ, ਕਿਤੇ ਉਹ ਮੈਨੂੰ ਲਾਮਾ ਨਾ ਮਿਲ ਜਾਵੇ, ਕਿਤੇ ਉਹ ਮੈਨੂੰ ਕੋਈ ਮਾੜਾ ਨਾ ਕਹਿ ਦੇਵੇ, ਮਾਲਕ ਮੇਰੇ ਨਾਲ ਕਿਤੇ ਨਾਰਾਜ਼ ਨਾ ਹੋ ਜਾਵੇ। ਹਰ ਵੇਲੇ ਸੂਲੀ ਚੜ੍ਹਿਆ ਰਹਿੰਦਾ ਹੈ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਪਾਣੀ ਪਾਲਾ ਧੁੱਪ ਛਾਓ, ਸਿਰ ਉੱਤੇ ਝਲ ਦੁੱਖ ਸਹੰਦਾ।
ਜੇ ਮੀਂਹ ਪੈਂਦਾ ਹੈ ਨਾ ਤੇ ਮਾਲਕ ਦਾ ਹੁਕਮ ਵਜਾਉਣ ਵਾਸਤੇ ਮੀਂਹ ਵਿੱਚ ਵੀ ਜਾਣਾ ਪੈਣਾ, ਭਿੱਜਣਾ ਪਏਗਾ। ਮਾਲਕ ਖੁਸ਼ ਰਹਿਣਾ ਚਾਹੀਦਾ ਹੈ। ਜੇ ਠੰਡ ਹੈ ਤੇ ਠੰਡ ਦੇ ਵਿੱਚ ਵੀ ਇਸ ਨੂੰ ਤੁਰਨਾ ਪਵੇਗਾ ਵੀ ਨਹੀਂ ਆਹ ਕੰਮ ਕਰਨਾ ਨਹੀਂ, ਤੇ ਮਾਲਕ ਨਾਰਾਜ਼ ਹੋ ਜਾਵੇਗਾ। ਇਸੇ ਤਰ੍ਹਾਂ ਜੇ ਧੁੱਪ ਹੈ ਤੇ ਧੁੱਪ ਦੀ ਵੀ ਕੋਈ ਪਰਵਾਹ ਨਹੀਂ ਹੈ, ਤੇ ਜੇ ਛਾਂ ਹੈ ਤੇ ਉਹਦੀ ਵੀ ਕੋਈ ਪਰਵਾਹ ਨਹੀਂ ਹੈ। ਸਿਰ ਉੱਤੇ ਸਭ ਕੁਝ ਝੱਲਦਾ ਹੈ, ਕਾਹਦੇ ਵਾਸਤੇ? ਕਿ ਮੇਰਾ ਮਾਲਕ ਮੇਰੇ 'ਤੇ ਖੁਸ਼ ਰਹੇ। ਆਤਿਸ਼ਬਾਜ਼ੀ ਸਾਰ ਵੇਖ ਰਣ ਵਿੱਚ ਘਾਇਲ ਹੋਏ ਰਹਿੰਦਾ। ਜੇ ਕਿਤੇ ਜੰਗ ਪੈ ਜਾਵੇ, ਮਾਲਕ 'ਤੇ ਬਿਪਤਾ ਪੈ ਜਾਵੇ, ਉੱਥੇ ਜਾ ਕੇ ਆਪਣੇ ਆਪ ਨੂੰ ਜ਼ਖਮੀ ਵੀ ਕਰਵਾ ਲੈਂਦਾ, ਕਟਾ ਵੀ ਲੈਂਦਾ, ਵਢਾ ਵੀ ਲੈਂਦਾ, ਐਸੇ ਦੁੱਖ ਸਹਿੰਦਾ ਹੈ। ਤੇ ਭਾਈ ਸਾਹਿਬ ਜੀ ਕਹਿਣ ਲੱਗੇ, ਗੁਰ ਪੂਰੇ ਵਿਣ ਜੂਨ ਭਵੰਦਾ। ਬੰਦੇ ਦੀ ਸੇਵਾ ਕਰਦਾ ਰਿਹਾ, ਚਾਕਰੀ ਕਰਦਾ ਰਿਹਾ, ਪੂਰੇ ਗੁਰੂ ਦੇ ਲੜ ਨਹੀਂ ਲੱਗਿਆ। ਇੰਨਾ ਕੁਝ ਕਰਨ ਤੋਂ ਬਾਅਦ ਵਿੱਚ ਕੀ ਮਿਲਿਆ? ਜੂਨਾਂ ਵਿੱਚ ਜਾਣਾ ਪਿਆ, ਜਨਮਾਂ ਵਿੱਚ ਭਟਕਦਾ ਪਿਆ ਹੈ। ਸਤਿਗੁਰੂ ਇੱਥੇ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧਿਆਸ। ਬੰਦਿਆਂ ਦੇ ਉੱਪਰ ਆਸ ਰੱਖ ਕੇ ਬੈਠਾ ਹੈ। ਮਾਨੋ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਇੱਕ ਜਿਸ ਕੈ ਦੀਐ ਰਹਿ ਅਗਾਏ ਬਾਹੋੜ ਨਾ ਤ੍ਰਿਸ਼ਨਾ। ਰੱਬ ਇੰਨਾ ਦਿੰਦਾ ਇੱਕ ਰਜਾ ਦਿੰਦਾ ਹੈ, ਕਿਉਂਕਿ ਬਾਣੀ ਦਾ ਬਚਨ ਹੈ, ਜੀਵੜ ਆਪ ਤੇਵੜ ਤੇਰੀ ਦਾਤ। ਉਹ ਜਿੰਨਾ ਵੱਡਾ ਆਪ ਹੈ ਨਾ, ਉਹਦੀਆਂ ਦਾਤਾਂ ਵੀ ਉਸ ਤੋਂ ਵੀ ਕਿਤੇ ਦੂਣ ਸਵਾਈਆਂ ਵੱਡੀਆਂ। ਐਸੀ ਇਹ ਦਾਤਾਂ ਉਹ ਬਖਸ਼ਿਸ਼ ਕਰਦਾ ਹੈ। ਦੂਜੇ ਭਾਏ ਵਿਗੋਚੀਐ ਗਲ ਪਈ ਸਜਮ ਕੀ ਫਾਸ। ਜਿਹੜੇ ਦਵੈਤ ਭਾਵ ਵਿੱਚ ਲੱਗੇ ਨੇ, ਦਵੈਸ਼ ਵਿੱਚ ਲੱਗੇ ਹੋਏ ਨੇ, ਉਹ ਵਿਗੁਚੀਏ ਕਈਏ ਖਰਾਬ ਹੁੰਦੇ, ਕਿ ਉਹਨਾਂ ਦੇ ਗਲ ਦੇ ਵਿੱਚ ਇੱਕ ਸਮੇਂ ਜਮਾਂ ਦੀ ਫਾਈ ਆ ਕੇ ਪੈ ਜਾਣੀ ਹੈ। ਐਸੀ ਉਹਨਾਂ ਦੀ ਹਾਲਤ ਬਣਦੀ ਹੈ। ਦੇਹਾ ਬੀਜੈ ਸੋਲਣਾ ਮੱਥਾ ਜੋ ਲਿਖਿਆ। ਪਾਤਸ਼ਾਹ ਕਹਿਣ ਲੱਗੇ, ਗੁਰਮੁਖਾ ਜਿਸ ਤਰ੍ਹਾਂ ਦਾ ਬੀਜ ਬੀਜਦਾ ਪਿਆ ਹੈ, ਉਹ ਤੈਨੂੰ ਵੱਢਣਾ ਪੈਣਾ ਹੈ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਏ ਨਾ ਪਕੜੀਐ ਕਿਸੈ ਥਾਏ। ਮਹਾਰਾਜ ਕਹਿਣ ਲੱਗੇ, ਜੇ ਇੱਕ ਜ਼ਿਮੀਂਦਾਰ ਫਸਲ ਬੀਜਦਾ ਨਾ ਗੁਰਮੁਖੋ, ਆਪਣੇ ਸੱਜੇ ਹੱਥ ਵਿੱਚ ਦਾਣਿਆਂ ਦੀ ਮੁੱਠ ਲੈ ਕੇ ਆਪਣੀ ਜ਼ਮੀਨ ਦੇ ਵਿੱਚ ਖਿਲਾਰਦਾ ਹੈ। ਫਿਰ ਜਦੋਂ ਉਹ ਫਸਲ ਪੱਕ ਜਾਂਦੀ ਹੈ, ਉਸੇ ਹੱਥ ਵਿੱਚ ਦਾਤੀ ਲੈ ਕੇ ਫਿਰ ਉਸੇ ਫਸਲ ਨੂੰ ਵੱਢ ਲੈਂਦਾ ਹੈ। ਇਹ ਕਰ ਕਰੇ ਸੋ ਇਹ ਕਰ ਪਾਏ। ਜਿਹੜੇ ਹੱਥ ਨਾਲ ਕਰਮ ਕੀਤਾ, ਉਸੇ ਹੱਥ ਨਾਲ ਹੀ ਮੁੜ ਕੇ ਵੱਢਣਾ ਪਿਆ ਹੈ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਓ। ਇਹ ਬਚਨ ਆਪਾਂ ਅੰਮ੍ਰਿਤ ਵੇਲੇ ਨਿਤਨੇਮ ਪੜ੍ਹੇ। ਨਿਤਨੇਮ ਦੇ ਵਿੱਚ ਸਤਿਗੁਰੂ ਬਚਨ ਬਖਸ਼ਿਸ਼ ਕਰਦੇ ਪਏ। ਕਹਿਣ ਲੱਗੇ, ਭਾਈ ਜਿਹਾ ਬੀਜੈ, ਜਿਸ ਤਰ੍ਹਾਂ ਦਾ ਬੀਜ ਬੀਜੇਗਾ ਸੋ ਲੁਣੈ। ਉਹ ਤੈਨੂੰ ਵੱਢਣਾ ਵੀ ਆਪ ਨੂੰ ਪੈਣਾ, ਕਿਸੇ ਹੋਰ ਨੇ ਨਹੀਂ ਵੱਢਣਾ ਹੈ। ਮੱਥੇ ਜੋ ਲਿਖਿਆਸ, ਜੋ ਮੱਥੇ 'ਤੇ ਲੇਖ ਲਿਖਿਆ ਗਿਆ ਨਾ, ਉਸ ਲੇਖ ਨੂੰ ਭੁਗਣਾ ਪੈਂਦਾ ਹੈ। ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ। ਤੇ ਪਾਤਸ਼ਾਹ ਕਹਿਣ ਲੱਗੇ, ਐ ਜੀਵ, ਤੇਰੀ ਇਹ ਉਮਰਾਂ ਰੂਪੀ ਜਿਹੜੀ ਰਾਤ ਹੈ, ਇਹ ਪਛਤਾਉਂਦਿਆਂ ਹੀ ਲੰਘ ਜਾਣੀ ਹੈ। ਇਹ ਉਮਰਾਂ ਵਿੱਚ ਬੰਦਾ ਹਰ ਵੇਲੇ ਪਛਤਾਉਂਦਾ, ਦੁਖੀ ਰਹਿੰਦਾ। ਆਹ ਕੰਮ ਨਹੀਂ ਹੋਇਆ ਹੈ, ਆਹ ਕਾਰਜ ਨਹੀਂ ਬਣਿਆ ਹੈ, ਇਸ ਪਾਸਿਓਂ ਘਾਟਾ ਪੈ ਗਿਆ, ਇਸ ਪਾਸਿਓਂ ਦੁੱਖ ਮਿਲਿਆ। ਸਾਰੀ ਉਮਰ ਪਛਤਾਉਂਦਾ ਹੈ, ਰੱਬ ਨੂੰ ਉਲਾਂਭੇ ਦਿੰਦਾ ਰਹਿੰਦਾ ਹੈ। ਪਰਮਾਤਮਾ ਮੇਰੇ ਵਾਸਤੇ ਕੀ ਕੀਤਾ? ਮੇਰੇ ਵਾਸਤੇ ਕੁਝ ਨਹੀਂ ਕੀਤਾ ਹੈ। ਹਰ ਵੇਲੇ ਇਸ ਤਰ੍ਹਾਂ ਉਲਾਂਭੇ ਦਿੰਦਾ ਹੈ। ਪਾਤਸ਼ਾਹ ਕਹਿਣ ਲੱਗੇ, ਰਹਿਣ ਵਿਹਾਣੀ ਉਮਰਾਂ ਰੂਪੀ ਰਾਤ ਬਤੀਤ ਹੁੰਦੀ ਜਾਂਦੀ ਹੈ। ਜੇ ਸਾਡੀ ਜ਼ਿੰਦਗੀ ਵਿੱਚੋਂ ਅੱਜ 20 ਸਾਲ ਨਿਕਲ ਗਏ, ਤੇ ਮੰਨ ਲਓ ਵੀ ਸਾਡੀ ਉਮਰਾਂ ਦੀ ਰਾਤ ਘਟ ਗਈ ਹੈ। ਮਹਾਰਾਜ ਸਾਹਿਬ ਜੀਆਂ ਦਾ ਬਚਨ ਹੈ, ਕਹਿਣ ਲੱਗੇ, ਜਨਨੀ ਜਾਣਤ ਸੁਤ ਵੱਡਾ ਹੋਤ ਹੈ। ਮਾਂ ਕਹਿੰਦੀ, ਮੇਰਾ ਪੁੱਤਰ ਵੱਡਾ ਹੁੰਦਾ ਪਿਆ। ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਦਕ ਲਾੜ ਧਰ, ਪੇਖਤ ਹੀ ਜਮ ਰਾਓ ਹਸੈ। ਐਸਾ ਸੰਸਾਰ ਤੈ ਭਰਮ ਭੁਲਾਇਆ, ਕੈਸੇ ਬੂਝੇ ਜੋ ਮੋਹਿਆ ਹੈ ਮਾਇਆ। ਗੁਰਬਾਣੀ ਦੇ ਬਚਨ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ। ਕਹਿਣ ਲੱਗੇ, ਇੱਕ ਮਾਤਾ ਕੋਠੇ ਦੀ ਛੱਤ ਦੇ ਉੱਪਰ ਕੋਈ ਕੰਮ ਕਰਦੀ ਪਈ ਆ। ਨਿੱਕਾ ਜਿਹਾ ਉਸ ਦਾ ਬਾਲਕ ਕੋਲ ਖੇਡਦਾ ਪਿਆ, ਤੇ ਮਾਤਾ ਵੇਖ ਕੇ ਹੱਸਦੀ ਪਈ ਆ। ਮਾਂ, ਮੇਰਾ ਪੁੱਤਰ ਹੁਣ ਵੱਡਾ ਹੋ ਗਿਆ, ਹੁਣ ਇਹ ਰਿੜਨ ਲੱਗ ਪਿਆ ਹੈ, ਹੁਣ ਇਹ ਚੱਲਣ ਲੱਗ ਪਿਆ ਹੈ, ਇਹ ਵੱਡਾ ਹੁੰਦਾ ਪਿਆ। ਇੰਨੇ ਚਿਰ ਨੂੰ ਕੀ ਬਣਿਆ ਕਿ ਉਹ ਬਾਲਕ ਕੋਠੇ ਦੀ ਛੱਤ ਤੋਂ ਥੱਲੇ ਡਿੱਗ ਪਿਆ। ਥੱਲੇ ਡਿੱਗਣ ਦੇ ਨਾਲ ਉਹਦੀ ਮੌਤ ਹੋ ਗਈ। ਕਬੀਰ ਸਾਹਿਬ ਜੀ ਉਹ ਵਾਕਿਆ ਵੇਖ ਕੇ ਆਖਦੇ, ਕਹਿਣ ਲੱਗੇ, ਮਾਤਾ ਆਖਦੀ ਪੁੱਤਰ ਵੱਡਾ ਹੋ ਰਿਹਾ, ਪਰ ਮਾਤਾ ਨੂੰ ਇਹ ਨਹੀਂ ਪਤਾ ਵੀ ਜਾਮ ਹੱਸਦਾ ਪਿਆ ਹੈ। ਇਹ ਵੱਡਾ ਇਸ ਤਰ੍ਹਾਂ ਦਾ ਹੋ ਗਿਆ ਹੈ, ਜਿਵੇਂ ਪਹਿਲੇ ਸਮੇਂ ਵਿੱਚ ਲੋਕ ਦੀਵਾ ਬੁਝਾਉਣ ਵੇਲੇ ਆਖਦੇ ਸਨ, ਦੀਵਾ ਵੱਡਾ ਕਰ ਦਿਓ। ਕਹਿਣ ਲੱਗੇ, ਐਸਾ ਵੱਡਾ ਹੋ ਗਿਆ ਹੈ,
ਸਦਾ ਵਾਸਤੇ ਇਸ ਸੰਸਾਰ ਤੋਂ ਚਲੇ ਗਿਆ ਹੈ। ਪਾਤਸ਼ਾਹ ਕਹਿਣ ਲੱਗੇ ਉਮਰਾਂ ਦੀ ਰਾਤ ਇਹ ਭਾਈ ਇਸ ਤਰ੍ਹਾਂ ਬਤੀਤ ਹੁੰਦੀ ਜਾਂਦੀ ਹੈ। ਜਿੰਨੇ ਘੰਟੇ ਰਾਤ ਦੇ ਬਤੀਤ ਹੋ ਗਏ ਉਨੀ ਰਾਤ ਘਟ ਗਈ ਹੈ। ਜਿੰਨੇ ਜ਼ਿੰਦਗੀ ਦੇ ਤੇਰੇ ਸਾਲ ਲੰਘ ਗਏ ਉਨੀ ਉਮਰਾਂ ਤੇਰੀ ਘਟ ਗਈ ਹੈ। ਪਰ ਪਾਤਸ਼ਾਹ ਕਹਿਣ ਲੱਗੇ ਪੁਛਤਾਣੀ, ਪਛਤਾਉਂਦਾ ਰਹਿੰਦਾ ਹਰ ਵੇਲੇ ਬੰਦਾ, ਐਸੀ ਇਸ ਦੀ ਹਾਲਤ ਹੈ। ਜਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਉੱਠ ਚੱਲੀ ਗਈ ਨਿਰਾਸ਼, ਦੁਨੀਆ ਤੋਂ ਨਿਰਾਸ਼ ਹੋ ਕੇ, ਕੁਝ ਨਹੀਂ ਖਟਿਆ, ਕੁਝ ਨਹੀਂ ਵਟਿਆ, ਕੁਝ ਨਹੀਂ ਨਾਲ ਲੈ ਕੇ ਚੱਲਿਆ। ਇਸ ਤਰ੍ਹਾਂ ਨਿਰਾਸ਼ ਹੋ ਕੇ, ਦੁਖੀ ਹੋ ਕੇ ਸੰਸਾਰ ਤੋਂ ਚੱਲ ਪੈਂਦਾ ਹੈ। ਜਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਜਿਨ੍ਹਾਂ ਨੂੰ ਪੂਰਨ ਸਾਧੂ ਮਿਲ ਜਾਵੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੂਰਨ ਸਾਧੂ ਨੇ, ਇਹਨਾਂ ਵਰਗਾ ਸਾਧੂ ਕੋਈ ਨਹੀਂ ਹੈ। ਵੱਡੇ ਵੱਡੇ ਸਾਧੂ ਇਹਨਾਂ ਦੀ ਬਾਣੀ ਪੜ੍ਹ ਕੇ, ਨਾਮ ਜਪ ਕੇ ਸਗੋਂ ਸਾਧੂ ਬਣੇ। ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਧੂ ਰੂਪ ਦੇ ਵਿੱਚ, ਗੁਰੂ ਰੂਪ ਦੇ ਵਿੱਚ ਪ੍ਰਾਪਤ ਹੋ ਜਾਣ, ਸੋ ਦਰਗਹਿ ਹੋਏ ਖਲਾਸ। ਉਹ ਦਰਗਾਹ ਦੇ ਵਿੱਚ ਫਿਰ ਬੰਨੇ ਨਹੀਂ ਜਾਂਦੇ, ਉਹਨਾਂ ਦੇ ਬੰਧਨ ਮਹਾਰਾਜ ਕੱਟ ਦਿੰਦੇ। ਸਤਿਗੁਰ ਸਿੱਖ ਕੈ ਬੰਧਨ ਕਾਟੈ, ਬੰਧ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਈ। ਇਹ ਬਾਣੀ ਦੇ ਬਚਨ ਮਹਾਰਾਜ ਸਾਹਿਬ ਜੀਆਂ ਦੇ ਗੁਰੂ ਕਿਰਪਾ ਕਰਦਾ ਹੈ। ਜਿਹੜੇ ਗੁਰੂ ਵਾਲੇ ਬਣ ਜਾਂਦੇ ਉਹਨਾਂ ਦੇ ਮਹਾਰਾਜ ਸਾਹਿਬ ਜੀ ਬੰਧਨ ਤੋੜ ਦਿੰਦੇ ਹਨ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਸਤਿਗੁਰੂ ਕਹਿਣ ਲੱਗੇ ਅਕਾਲ ਪੁਰਖ ਕਿਰਪਾ ਕਰ, ਤੇਰੇ ਦਰਸ਼ਨਾਂ ਦੀ ਬਹੁਤੀ ਪਿਆਸਾ ਲੱਗੀ ਹੈ ਕਿ ਤੇਰੇ ਦਰਸ਼ਨ ਕਦੋਂ ਪ੍ਰਾਪਤ ਹੋਣ। ਵਿਦਵਾਨਾਂ ਨੇ 4 ਤਰ੍ਹਾਂ ਦੇ ਦਰਸ਼ਨ ਲਿਖੇ ਗੁਰੂ ਪਾਤਸ਼ਾਹ ਜੀਆਂ ਦੇ। ਇੱਕ ਨੇ ਗੁਰਮੁਖੋ ਸਰਵਣ ਦਰਸ਼ਨ, ਜੋ ਆਪਾਂ ਸੁਣਦੇ ਪਏ ਹਨ, ਗੁਰੂ ਦਾ ਇਤਿਹਾਸ, ਗੁਰੂ ਦੀ ਬਾਣੀ ਸੁਣਦੇ ਪਿਆਂ ਕੰਨਾਂ ਵਿੱਚ। ਇੱਕ ਇਹ ਸਰਵਣ ਦਰਸ਼ਨ ਸਾਨੂੰ ਪ੍ਰਾਪਤ ਹੋ ਰਹੇ ਨੇ, ਜੋ ਕੰਨਾਂ ਦੇ ਨਾਲ ਸੁਣਨਾ ਹੈ ਅਤੇ ਉਹ ਸੁਣ ਕੇ ਫਿਰ ਉਹਦੇ ਉੱਪਰ ਅਮਲ ਕਰਨਾ ਹੈ। ਸੋ ਉਹ ਜਿਹੜਾ ਬਚਨ ਹੈ ਉਸ ਨੂੰ ਸਰਵਣ ਦਰਸ਼ਨ ਆਖਿਆ ਜਾਂਦਾ ਹੈ। ਦੂਜਾ ਹੈ ਸੁਪਨ ਦਰਸ਼ਨ, ਸੌ ਜਾਣਾ, ਸੁਪਨੇ ਵਿੱਚ ਗੁਰੂ ਦੇ ਦਰਸ਼ਨ ਹੋ ਜਾਣੇ। ਸੁਪਨ ਚਰਿਤਰ ਚਿੱਤਰ ਬਾਨਕ ਬਣੇ, ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹਨ। ਸੋ ਭਾਈ ਗੁਰਦਾਸ ਜੀਆਂ ਨੇ ਬਚਨ ਲਿਖਿਆ ਹੈ। ਤੀਜਾ ਹੈ ਗੁਰਮੁਖੋ ਮਹਾਰਾਜ ਜੀਆਂ ਦੇ ਚਰਿੱਤਰ ਦਰਸ਼ਨ ਕਰਨੇ, ਮਹਾਰਾਜ ਜੀਆਂ ਦਾ ਚਿੱਤਰ ਵੇਖ ਕੇ ਤੇ ਦਰਸ਼ਨ ਹੋ ਜਾਣੇ, ਮੇਰੇ ਗੁਰੂ ਦਾ ਇਸ ਤਰ੍ਹਾਂ ਦਾ ਸਰੂਪ ਹੋਵੇਗਾ। ਤੇ ਚੌਥਾ ਹੈ ਗੁਰਮੁਖੋ ਪ੍ਰਤੱਖ ਦਰਸ਼ਨ ਕਰ ਲੈਣੇ ਆ ਕੇ ਗੁਰੂ ਪਾਤਸ਼ਾਹ ਦੇ। ਇਹ 4 ਤਰ੍ਹਾਂ ਦੇ ਦਰਸ਼ਨ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਮਹਾਰਾਜ ਸਾਹਿਬ ਜੀਆਂ ਦੇ ਲਿਖੇ। ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨਾਂ ਦੀ ਪਿਆਸਾ ਲੱਗੀ ਹੈ। ਮਹਾਰਾਜ ਕਿਰਪਾ ਕਰਕੇ ਸਰਵਣ ਦਰਸ਼ਨ ਬਖਸ਼ਿਸ਼ ਕਰ ਦਿਓ, ਸੁਪਨ ਦਰਸ਼ਨ ਬਖਸ਼ਿਸ਼ ਕਰ ਦਿਓ, ਚਿੱਤਰ ਦਰਸ਼ਨ ਬਖਸ਼ਿਸ਼ ਕਰੋ, ਪ੍ਰਤੱਖ ਦਰਸ਼ਨ ਬਖਸ਼ਿਸ਼ ਕਰੋ। ਮਹਾਰਾਜ ਮੇਰੇ 'ਤੇ ਕਿਰਪਾ ਕਰੋ ਜੀ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫਰਮਾਉਂਦੇ ਆ, ਪਰਮਾਤਮਾ ਨਿਰੰਕਾਰ ਤੇਰੇ ਬਿਨਾ ਸਾਡਾ ਕੋਈ ਹੈ ਹੀ ਨਹੀਂ ਹੈ। ਸੋ ਇਹ ਭਾਵਨਾ ਬਣਾ ਕੇ ਗੁਰੂ ਦੇ ਕੋਲ ਆ ਵੀ ਸਤਿਗੁਰੂ ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ ਦਵਾਰ। ਮੈਂ ਸਾਰੇ ਦੁਨੀਆ ਦੇ ਦਰਵਾਜ਼ੇ ਛੱਡ ਆਇਆ, ਮੈਨੂੰ ਕਿਸੇ ਦੀ ਆਸ ਨਹੀਂ ਹੈ, ਕੇਵਲ ਤੁਹਾਡੇ ਦਰ 'ਤੇ ਆਇਆ ਹਾਂ। ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ ਦਵਾਰ, ਤੁਹਾਡਾ ਦਰ ਆ ਕੇ ਫੜਿਆ ਹੈ। ਤੇ ਮਹਾਰਾਜ ਦਾ ਬਚਨ ਹੈ ਕਬੀਰ ਮੁਤੀਆ ਮੇਰੋ ਨਾਓ, कबीर कुकुर राम को मुतिया मेरो नाओ, गले हमारे जेवरी जै खिंचै। कुत्ता मालक दे दरवाजे ते बैठा रहिंदा, भावें मालक प्रशादा पावे ते भावें ना पावे, भावें सोटी भी मार देवे तां भी वो थोड़ा समा गेड़ा ला के फिर उत्थे आ जांदा है। महाराज जियां ने तां ही लिखिया, कहन लगे स्वामी को गृह जो सदा स्वान तजत नहीं नित, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਕੁੱਤੇ ਦੀ ਵਫਾਦਾਰੀ ਦਾ ਜ਼ਿਕਰ ਕੀਤਾ ਮਹਾਰਾਜ ਨੇ। ਕੁੱਤਾ ਮਾਲਕ ਦੇ ਦਰ ਨੂੰ ਛੱਡਦਾ ਨਹੀਂ, ਤੂੰ ਇਹ ਗੁਣ ਅਪਣਾ ਕੇ ਗੁਰੂ ਦੇ ਦਰ 'ਤੇ ਹੀ ਆ ਕੇ ਬੈਠ ਜਾ। ਗੁਰਮੁਖੋ ਪ੍ਰੇਮਾ ਨਾਮ ਦਾ ਕੋੜੀ ਹੋਇਆ ਨਾ, ਆਪਾਂ ਕਈ ਵਾਰੀ ਸਾਖੀ ਸਰਵਣ ਕਰਦੇ, ਸਰੀਰ ਦੇ ਉੱਪਰ ਕੋੜ ਹੋ ਗਿਆ, ਭਰਾਵਾਂ ਨੇ, ਰਿਸ਼ਤੇਦਾਰਾਂ ਨੇ, ਮਾਤਾ ਪਿਤਾ ਨੇ ਚੁੱਕ ਕੇ ਘਰੋਂ ਬਾਹਰ ਕੱਢ ਦਿੱਤਾ, ਜਾ ਕੇ ਖੂਹ 'ਤੇ ਬੈਠਾ ਰਿਹਾ ਕਰ, ਘਰੇ ਹੋਰ ਨਾ ਕਿਸੇ ਨੂੰ ਕੋੜ ਦਾ ਰੋਗ ਹੋ ਜਾਵੇ। ਖੂਹ 'ਤੇ ਬੈਠਾ ਵਿਚਾਰਾ ਤੜਫਦਾ ਰਹਿੰਦਾ, ਕਦੇ ਪ੍ਰਸ਼ਾਦਾ ਪਾਣੀ ਮਿਲਦਾ, ਕਦੇ ਨਹੀਂ ਮਿਲਦਾ। ਸੰਗਤ ਤੁਰੀ ਆਉਂਦੀ ਹੈ ਦਰਸ਼ਨ ਕਰਨ ਵਾਸਤੇ, ਖੂਹ ਵੇਖ ਕੇ ਤੇ ਜਲ ਛਕਣ ਵਾਸਤੇ ਚਲੇ ਗਏ। ਜਲ ਛਕਦੇ ਨਾਲ ਗੁਰਬਾਣੀ ਪੜ੍ਹਦੇ, ਕੀਰਤਨ ਕਰਦੇ ਪਏ।
ਭਾਈ ਪ੍ਰੇਮੇ ਨੇ ਪੁੱਛਿਆ ਵੀ ਸੰਗਤ ਕਿੱਧਰੋਂ ਤੇ ਕਿੱਧਰ ਨੂੰ ਜਾ ਰਹੀ ਹੈ? ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਦਰ 'ਤੇ ਚੱਲੇ ਆ। ਭਾਈ ਪ੍ਰੇਮਾ ਉਹਨਾਂ ਦੇ ਨਾਲ ਚੱਲ ਕੇ ਗੁਰੂ ਪਾਤਸ਼ਾਹ ਦੇ ਦਰ 'ਤੇ ਆ ਗਿਆ। ਦੀਵਾਨ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬੈਠੇ, ਸੰਗਤਾਂ ਦੀਵਾਨ ਵਿੱਚ ਬੈਠੀਆਂ। ਸੇਵਾਦਾਰਾਂ ਨੇ ਕੋੜੇ ਨੂੰ ਰੋਕ ਦਿੱਤਾ, ਤੂੰ ਅੰਦਰ ਨਹੀਂ ਜਾ ਸਕਦਾ। ਬਾਹਰ ਹੀ ਦਰਵਾਜ਼ੇ 'ਤੇ ਬੈਠ ਗਿਆ। ਬੈਠ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕੀਤੇ ਨਾ, ਤੇ ਸੁਭਾਵਕ ਹੀ ਮੁਖੋਂ ਬਚਨ ਨਿਕਲ ਗਿਆ। ਕਹਿਣ ਲੱਗਾ, ਮੇਰਾ ਗਿਆ ਕਛੋਟਾ ਲਾਧਾ। ਕਛੋਟਾ ਨਾਮ ਸਰੀਰ ਦਾ ਹੈ। ਮੇਰਾ ਸਰੀਰ ਕੋੜ ਕਰਕੇ ਖਰਾਬ ਹੋ ਗਿਆ ਸੀ, ਚਲਾ ਗਿਆ ਸੀਗਾ, ਪਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੇ ਦਰਸ਼ਨ ਕਰਕੇ ਮੈਨੂੰ ਇਹ ਨਿਸ਼ਚਾ ਹੋ ਗਿਆ ਵੀ ਮੈਨੂੰ ਸਰੀਰ ਲੱਭ ਪਿਆ ਤੁਹਾਡੇ ਦਰ ਤੋਂ। ਇਹ ਮੈਨੂੰ ਇੱਥੋਂ ਨਵਾਂ ਸਰੀਰ ਮਿਲ ਜਾਣਾ ਹੈ। ਕਿਸੇ ਨੇ ਵੇਖਿਆ ਵੀ ਇਹ ਕੋੜਾ ਬੈਠਾ ਹੈ, ਬੜੀ ਬਦਬੂ ਹੈ, ਗੰਦਗੀ ਇਹਦੇ ਸਰੀਰ ਵਿੱਚੋਂ ਨਿਕਲਦੀ ਪਈ ਹੈ। ਚੁੱਕ ਕੇ ਫਿਰ ਦੂਰ ਕਿਤੇ ਛੱਡ ਆਂਦਾ, ਜੰਗਲ ਦੇ ਵਿੱਚ ਪਹੁੰਚਾ ਦਿੱਤਾ। ਉੱਥੋਂ ਰਿੜਿਆ ਚੱਲਿਆ ਮੁਸ਼ੱਕਤ ਨਾਲ, ਫਿਰ ਦਰਵਾਜ਼ੇ 'ਤੇ ਆ ਕੇ ਬੈਠ ਜਿਆ ਕਰੇ। ਇੱਕੋ ਹੀ ਬਚਨ ਹਰ ਵੇਲੇ, ਮੇਰਾ ਗਿਆ ਕਸੋਟਾ ਲਾਧਾ, ਇਹ ਕਹਿ ਛੱਡਿਆ ਕਰੇ। ਹੁਣ ਕਿਸੇ ਨੂੰ ਪਤਾ ਨਹੀਂ ਹੈ, ਪਰ ਗੁਰੂ ਅਮਰਦਾਸ ਪਾਤਸ਼ਾਹ ਜਾਣਦੇ। ਇੱਕ ਦਿਨ ਮਹਾਰਾਜ ਜੀਆਂ ਦੀ ਨਜ਼ਰ ਪਈ ਨਾ ਇਹਦੇ ਉੱਪਰ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਸਤਿਗੁਰਾਂ ਦੀ ਨਿਗਾਹ ਪਈ। ਮਹਾਰਾਜ ਸੇਵਾਦਾਰਾਂ ਨੂੰ ਕਹਿਣ ਲੱਗੇ, ਜਿਸ ਚਲੇ ਵਿੱਚੋਂ ਅਸੀਂ ਇਸ਼ਨਾਨ ਕਰਦੇ ਹਾਂ, ਉੱਥੇ ਇਹਦਾ ਇਸ਼ਨਾਨ ਕਰਕੇ ਸੋਹਣੇ ਵਸਤਰ ਪਵਾ ਕੇ ਇਹਨੂੰ ਸਾਡੇ ਕੋਲ ਲੈ ਕੇ ਆਓ। ਭਾਈ ਪ੍ਰੇਮੇ ਦਾ ਇਸ਼ਨਾਨ ਕਰਵਾਇਆ ਗਿਆ, ਸੋਹਣੇ ਵਸਤਰ ਇਸ ਨੂੰ ਪਵਾਏ ਗਏ। ਮਹਾਰਾਜ ਜੀਆਂ ਨੇ ਉਸ ਵੇਲੇ ਬੜੀ ਪ੍ਰਸੰਨਤਾ ਦੇ ਨਾਲ ਇਸ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਦਿਆਂ ਹੋਇਆਂ, ਜਿੱਥੇ ਇਹਦੇ ਕੋੜ ਦਾ ਰੋਗ ਕੱਟਿਆ ਮਹਾਰਾਜ ਜੀਆਂ ਨੇ, ਉੱਥੇ ਆਪਣੇ ਕੋਲੋਂ ਇੱਕ ਮੰਜੀ ਬਖਸ਼ਿਸ਼ ਕਰਕੇ ਗੁਰੂ ਘਰ ਦਾ ਪ੍ਰਚਾਰਕ ਬਣਾ ਦਿੱਤਾ ਪਾਤਸ਼ਾਹ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ। ਸਾਰੀ ਸੰਗਤ ਇੱਕ ਵਾਰੀ ਕਹੀਏ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਐਵੇਂ ਨਹੀਂ ਗਾਈ ਜਾਂਦੀ ਹੈ। ਭੱਟਾਂ ਨੇ ਐਵੇਂ ਨਹੀਂ ਕਹਿ ਦਿੱਤਾ, ਪਾਤਸ਼ਾਹ ਤੁਹਾਡੀ ਵਡਿਆਈ ਤੁਹਾਨੂੰ ਬਣ ਆਉਂਦੀ ਹੈ, ਕਿਸੇ ਹੋਰ ਨੂੰ ਬਾਣੀ ਨਹੀਂ ਆਉਂਦੀ ਹੈ। ਐਸੀ ਮਹਾਰਾਜ ਕਿਰਪਾ ਕਰਦੇ। ਕਹਿਣ ਲੱਗੇ, ਭਾਈ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ। ਜਿਹੜੇ ਇਸ ਤਰ੍ਹਾਂ ਵਫਾਦਾਰ ਹੋ ਕੇ ਗੁਰੂ ਦੇ ਦਰ 'ਤੇ ਬੈਠ ਜਾਂਦੇ ਨਾ, ਭਾਈ ਪ੍ਰੇਮੇ ਦੇ ਵਾਂਗ, ਜਿਨ੍ਹਾਂ ਨੇ ਕੂਕਰ ਵਰਗਾ ਸੁਭਾਅ ਬਣਾ ਲਿਆ ਵੀ ਗੁਰੂ ਦਾ ਦਰ ਛੱਡ ਕੇ ਜਾਣਾ ਹੀ ਨਹੀਂ ਹੈ, ਇੱਥੋਂ ਹੀ ਮਿਹਰਮਤ ਪ੍ਰਾਪਤ ਹੋਵੇਗੀ, ਕਿਰਪਾ ਹੋਵੇਗੀ। ਸਤਿਗੁਰੂ ਫਿਰ ਉਹਨਾਂ 'ਤੇ ਕਿਰਪਾ ਵੀ ਕਰ ਦਿੰਦੇ, ਨਵਾਜ ਵੀ ਦਿੰਦੇ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਇਹ ਬਾਣੀ ਦੇ ਮਹਾਵਾਕ ਮਹਾਰਾਜ ਜੀਆਂ ਦੇ। ਫਿਰ ਜਿਨ੍ਹਾਂ ਦੇ ਉੱਪਰ ਕਿਰਪਾ ਕਰਦਾ ਹੈ ਉਹਨਾਂ ਨੂੰ ਬਖਸ਼ ਲੈਂਦਾ ਹੈ। ਪ੍ਰਭ ਤੁਝ ਬਿਨ ਦੂਜਾ ਕੋ ਨਹੀਂ, ਤੁਹਾਡੇ ਬਿਨਾ ਹੈ ਨਹੀਂ ਮਾਲਕਾ ਮੇਰਾ ਕੋਈ, ਮੈਂ ਤੁਹਾਡੇ ਦਰ 'ਤੇ ਆਇਆ ਹਾਂ। ਨਾਨਕ ਕੀ ਅਰਦਾਸ ਇਸ ਤਰ੍ਹਾਂ ਬੇਨਤੀ ਕਰ ਸਤਿਗੁਰਾਂ ਦੇ ਚਰਨਾਂ ਦੇ, ਤਾਂ ਗੱਲ ਬਣਨੀ ਹੈ। ਜੇ ਅਸੀਂ ਇੱਥੇ ਬੈਠਿਆਂ ਵੀ ਸੋਚਦੇ ਰਹੀਏ, ਆਉਂਦਿਆਂ ਵੀ ਸੋਚਦੇ ਰਹੀਏ ਵੀ ਇੱਥੋਂ ਬਾਅਦ ਵਿੱਚ ਹੁਣ ਮੈਂ ਮੜੀ 'ਤੇ ਜਾ ਕੇ ਦੀਵਾ ਵੀ ਜਗਾ ਕੇ ਆਉਣਾ, ਅੱਜ ਵੀਰਵਾਰ ਦਾ ਦਿਨ ਹੈ, ਕਿਤੇ ਦੀਵੇ ਬਿਨਾਂ ਗੱਲ ਨਾ ਰਹਿ ਜਾਵੇ, ਮੈਂ ਫਲਾਣੀ ਥਾਂ 'ਤੇ ਜਾ ਕੇ ਮਿੱਠਾ ਵੀ ਚੜ੍ਹਾ ਕੇ ਆਉਣਾ, ਫਿਰ ਗੱਲ ਨਹੀਂ ਬਣਨੀ ਹੈ। ਇਹਦੇ ਇੱਕ ਦੇ ਦਰ ਦੇ ਉੱਪਰ ਆ ਕੇ ਰਹਿਣਾ ਪੈਣਾ, ਇੱਕ ਦਾ ਬੰਨਣਾ ਪੈਣਾ, ਫਿਰ ਉਹ ਦਾਤ ਪ੍ਰਾਪਤ ਹੁੰਦੀ ਹੈ। ਸਤਿਗੁਰੂ ਫਰਮਾਉਂਦੇ ਹਨ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਸਤਿਗੁਰੂ ਮੇਰਾ ਤੁਹਾਡੇ ਬਿਨਾ ਦੂਜਾ ਕੋਈ ਹੈ ਹੀ ਨਹੀਂ, ਮੇਰੀ ਅਰਦਾਸ ਤੁਹਾਡੇ ਚਰਨਾਂ 'ਤੇ ਇਹੀ ਅਰਦਾਸ, ਹਮਾਰੀ ਸੁਆਮੀ ਵਿਸਰ ਨਾਹੀ ਪ੍ਰਭ ਦਾਤੇ। ਸਤਿਗੁਰੂ ਮੇਰੇ ਮਨ ਤੋਂ ਤੁਹਾਡਾ ਨਾਮ ਨਾ ਭੁੱਲੇ, ਇਹ ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ। ਆਸਾੜ ਸੁਹੰਦਾ ਤਿਸ ਲੱਗੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਪਹਿਲੀ ਪੰਕਤੀ ਵਿੱਚ ਬਚਨ ਇਹ ਸੀ ਵੀ ਇਹ ਹਾੜ ਦਾ ਮਹੀਨਾ ਉਹਨਾਂ ਨੂੰ ਤਪਾਉਂਦਾ ਜਿਨ੍ਹਾਂ ਦੇ ਕੋਲ ਰੱਬ ਦਾ ਨਾਮ ਨਹੀਂ ਹੈ। ਅਖੀਰਲੀ ਪੰਕਤੀ ਵਿੱਚ ਕਹਿਣ ਲੱਗੇ, ਭਾਈ ਮਹੀਨਾ ਭਾਈ ਸੁਖ ਵੀ ਦਿੰਦਾ ਹੈ। ਮਹਾਰਾਜ ਸੁਖ ਕਿਹਨਾਂ ਨੂੰ ਦਿੰਦਾ ਹੈ, ਸ਼ੋਭਨੀ ਕਿਹਨਾਂ ਵਾਸਤੇ ਹੈ? ਤੇ ਪਾਤਸ਼ਾਹ ਫਰਮਾਉਂਦੇ ਹਨ, ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਗੁਰਮੁਖੋ ਜਿਸ ਦੇ ਮਨ ਦੇ ਵਿੱਚ, ਜਿਸ ਦੇ ਹਿਰਦੇ ਵਿੱਚ ਗੁਰੂ ਦੇ ਚਰਨਾਂ ਦਾ ਨਿਵਾਸ ਹੋ ਗਿਆ ਨਾ, ਤੇ ਗੁਰੂ ਦੇ ਚਰਨ ਐਸੇ ਨੇ ਜਿਨ੍ਹਾਂ ਨੂੰ ਪ੍ਰਾਪਤ ਹੋ ਗਏ। ਮਹੀਨਾ ਭਾਵੇਂ ਹਾੜ ਦਾ ਹੋਵੇ ਤੇ ਭਾਵੇਂ ਜੇਠ ਦਾ ਤੇ ਭਾਵੇਂ ਪੋਹ ਦਾ ਹੋਵੇ, ਜਿਨ੍ਹਾਂ ਦੇ ਹਿਰਦੇ ਵਿੱਚ ਉਹ ਵਸ ਗਿਆ ਹੈ, ਉਹਨਾਂ ਵਾਸਤੇ ਸਾਰੇ ਮਹੀਨੇ ਸ਼ੋਭਨੀਕ ਹੋ ਜਾਂਦੇ। ਉਹਨਾਂ ਨੂੰ ਫਿਰ ਇਹ ਸੰਸਾਰ ਦੀ ਗਰਮੀ
ਜਾਂ ਆਪਾਂ ਕਹਿ ਲਈਏ ਸੰਸਾਰੀ ਵਿਕਾਰ ਜਿਹੜੇ ਨੇ, ਕਾਮ ਕ੍ਰੋਧ ਨਗਰ ਬਹੁ ਭਰਿਆ, ਇਹ ਜਿਹੜਾ ਸਾਡਾ ਸਰੀਰ ਭਰਿਆ ਵਿਕਾਰਾਂ ਦੇ ਨਾਲ, ਨਾਮ ਜਪਣ ਵਾਲਿਆਂ ਨੂੰ ਫਿਰ ਇਹ ਵਿਕਾਰ ਜਿਹੜੇ ਨੇ ਉਹ ਦੁੱਖ ਨਹੀਂ ਦੇ ਸਕਦੇ ਹਨ। ਪਾਤਸ਼ਾਹ ਕਹਿਣ ਲੱਗੇ ਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ, ਜਿਨ੍ਹਾਂ ਦੇ ਚਰਨਾਂ ਵਿੱਚ ਤੇਰਾ ਨਿਵਾਸ ਹੁੰਦਾ ਅਕਾਲ ਪੁਰਖ, ਤੁਸੀਂ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹੋ, ਉਹ ਗੁਰਮੁਖ ਫਿਰ ਸ਼ੋਭਨੀਕ ਹੋ ਜਾਂਦੇ, ਉਹਨਾਂ ਨੂੰ ਫਿਰ ਮਹੀਨਾ ਪਾਉਂਦਾ ਨਹੀਂ ਹੈ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਨੇ ਸਾਨੂੰ ਇਹ ਪਵਿੱਤਰ ਉਪਦੇਸ਼ ਜਿਹੜਾ ਹੈ 12 ਮਾਹ ਦੀ ਬਾਣੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਅੱਜ ਹਾੜ ਦਾ ਮਹੀਨਾ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ, ਇਹ ਉਪਦੇਸ਼ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਸੇ ਤਾਂ ਕਿ ਸਾਡਾ ਭਲਾ ਹੋਵੇ। ਭੁੱਲਾਂ ਚੁੱਕਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ, ਸਾਨੂੰ ਸਤਿਗੁਰੂ ਜੀ ਮੁਕਤੀ ਦੀਆਂ ਦਾਤਾਂ, ਸਤ ਸੰਗਤ ਦੀਆਂ ਦਾਤਾਂ ਬਖਸ਼ਿਸ਼ ਕਰਨ। ਸੋ ਹੁਣ ਸਾਡੇ ਕੋਲ ਗੁਰਮੁਖ ਪਿਆਰੇ ਆਏ ਨੇ, ਕੁਝ ਸਮੇਂ ਵਾਸਤੇ ਗੁਰਬਾਣੀ ਦੇ ਕੀਰਤਨ ਦੇ ਨਾਲ ਇਹ ਆਪ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕੇ ਲੰਗਰ ਆਪ ਸੰਗਤਾਂ ਵਾਸਤੇ ਸਜੇ ਹੋਏ ਨੇ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਲੰਗਰ ਪ੍ਰਸ਼ਾਦਾ ਚੱਲ ਰਿਹਾ ਹੈ, ਸਾਰੀ ਸੰਗਤ ਨੇ ਲੰਗਰ ਪ੍ਰਸ਼ਾਦਾ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ, ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਲੇਖਾ ਕਤ ਹੈ ਨਾ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।